पहले जो है केवल जो 1200 सिलेंडर की प्रोडक्शन है हमारी, और इस समय जो डिमांड है वो 2000 सिलेंडर की है। सभी हॉस्पिटलों में डिमांड बढ़ा दी गई है, पेशेंट ज़्यादा आने लगे, डिमांड बढ़ गई है। तो जिस हॉस्पिटल में जो है 50 सिलेंडर लगते थे, आज वहाँ 200 सिलेंडर लग रहे हैं, तो उनकी सप्लाई कैसे पूरी होंगी? ये कंटिन्यू प्रोसेस है, इसमें जो है स्टोर नहीं होता कोई भी चीज़। लाइट जाने में बहुत बड़ा नुकसान होता है प्लांट का। अगर तीनों प्लांट में चला देना तो मेरे ख्याल में जलंधर च कोई दिक्कत नहीं आएगी, बशर्ते सरकार मैनू लिक्विड दवा दे। अगर मेरे को लिक्विड आ जाता वा तो मैं डेली का 3500 सिलेंडर खुद ही बना दाँगा। लिक्विड क्यों नहीं आ रहा? लिक्विड की क्यों किल्लत आ रही है? अज उन्होंने माल अपने एरिया च विक गया क्योंकि डिमांड ही 5 गुना होगी, इस करके असं लोग उन्होंने मुहताज हाँ। पर 2200 सिलेंडर के नाल कुछ नहीं होना। सिलेंडर की डिमांड 6000 पर डे तो भी प्लस हो गई हुई है। ਦੇਸ਼ ਭਰ ਦੇ ਵਿੱਚ ਆਕਸੀਜਨ ਦੀ ਕਮੀ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। ਜਿਵੇਂ ਜਿਵੇਂ ਕਰੋਨਾ ਦੇ ਮਰੀਜ਼ ਵੱਧ ਰਹੇ ਨੇ, ਤਿਵੇਂ ਤਿਵੇਂ ਆਕਸੀਜਨ ਦੀ ਡਿਮਾਂਡ ਵੱਧ ਰਹੀ ਹੈ। ਕਈ ਜਗ੍ਹਾ ਦੇ ਉੱਪਰ ਆਕਸੀਜਨ ਦੇ ਕਾਰਨ ਕਰੋਨਾ ਦੇ ਮਰੀਜ਼ ਵੀ ਮਰ ਰਹੇ ਨੇ। ਕਿਉਂ ਆਖਿਰ ਦੇਸ਼ ਦੇ ਵਿੱਚ ਆਕਸੀਜਨ ਦੀ ਇੰਨੀ ਜ਼ਿਆਦਾ ਕਮੀ ਆਈ ਹੈ ਕਿ ਹਸਪਤਾਲਾਂ ਦੇ ਵੱਲੋਂ ਲਗਾਤਾਰ ਆਕਸੀਜਨ ਦੀ ਜਿਹੜੀ ਹੈ ਉਹ ਸਪਲਾਈ ਦੀ ਮੰਗ ਕੀਤੀ ਜਾ ਰਹੀ ਹੈ। ਅੱਜ ਅਸੀਂ ਤੁਹਾਨੂੰ ਕਈ ਸਵਾਲਾਂ ਦੇ ਜਵਾਬ ਦੇਵਾਂਗੇ। ਅਸੀਂ ਇਸ ਸਮੇਂ ਜਲੰਧਰ ਦੇ ਇੱਕ ਆਕਸੀਜਨ ਪਲਾਂਟ ਦੇ ਵਿੱਚ ਖੜੇ ਹਾਂ, ਜਿੱਥੇ ਆਕਸੀਜਨ ਦੀ ਮੈਨੂਫੈਕਚਰਿੰਗ ਕੀਤੀ ਜਾਂਦੀ ਹੈ। ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ। ਇਹ ਆਕਸੀਜਨ ਦਾ ਇੱਕ ਪਲਾਂਟ ਹੈ ਜਿੱਥੇ ਆਕਸੀਜਨ ਦੀ ਮੈਨੂਫੈਕਚਰਿੰਗ ਕੀਤੀ ਜਾਂਦੀ ਹੈ। ਜਲੰਧਰ ਤੇ ਜ਼ਿਆਦਾਤਰ ਹਸਪਤਾਲਾਂ ਦੇ ਵਿੱਚ ਇਸੇ ਆਕਸੀਜਨ ਪਲਾਂਟ ਤੋਂ ਸ਼ਕਤੀ ਆਕਸੀਜਨ ਪਲਾਂਟ ਹੈ ਇਹ, ਜਿੱਥੋਂ ਜਲੰਧਰ ਦੇ ਹਸਪਤਾਲਾਂ ਦੇ ਵਿੱਚ ਸਪਲਾਈ ਹੁੰਦੀ ਹੈ। ਪਰ ਵੱਡੇ ਸਵਾਲ ਇਹ ਨੇ, ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਇਹ ਹੈ ਕਿ ਆਕਸੀਜਨ ਦੀ ਦੇਸ਼ ਦੇ ਵਿੱਚ ਇੰਨੀ ਜ਼ਿਆਦਾ ਕਮੀ ਕਿਉਂ ਆਈ ਹੈ। ਤਾਂ ਇੱਥੇ ਜਿਹੜੀ ਹੈ ਉਹ ਸਪਲਾਈ ਇਹਨਾਂ ਗੱਡੀਆਂ ਦੇ ਵਿੱਚ ਲੋਡ ਹੋ ਕੇ ਸਿਲੰਡਰ ਜਾ ਰਹੇ ਨੇ, ਹਸਪਤਾਲਾਂ ਦੇ ਵਿੱਚ ਭੇਜੇ ਜਾ ਰਹੇ ਨੇ, ਕਿਉਂਕਿ ਹਸਪਤਾਲਾਂ ਦੇ ਵੱਲੋਂ ਜਿਹੜੀ ਹੈ ਡਿਮਾਂਡ ਲਗਾਤਾਰ ਵੱਧ ਰਹੀ ਹੈ। ਇਹ ਸਿਲੰਡਰਾਂ ਦੇ ਵਿੱਚ ਗੈਸ ਭਰੀ ਜਾ ਰਹੀ ਹੈ। ਅੱਜ ਤੁਹਾਨੂੰ ਪੂਰੀ ਟੈਕਨੀਕ ਦੱਸਾਂਗੇ ਕਿ ਆਕਸੀਜਨ ਕਿਵੇਂ ਬਣਦੀ ਹੈ, ਕਿਵੇਂ ਇਹਦੀ ਮੈਨੂਫੈਕਚਰਿੰਗ ਹੁੰਦੀ ਹੈ, ਤੇ ਦੇਸ਼ ਦੇ ਵਿੱਚ ਆਕਸੀਜਨ ਦੀ ਇੰਨੀ ਕਿੱਲਤ ਕਿਉਂ ਆਈ ਹੈ। ਜੇਕਰ ਕਰੋਨਾ ਦੇ ਮਰੀਜ਼ ਵਧੇ ਨੇ ਤਾਂ ਆਕਸੀਜਨ ਦੀ ਮੈਨੂਫੈਕਚਰਿੰਗ ਕਿਉਂ ਨਹੀਂ ਵਧੀ ਜਾਂ ਕਿਉਂ ਨਹੀਂ ਵਧਾਈ ਜਾ ਰਹੀ। ਇਹਨਾਂ ਸਾਰੇ ਸਵਾਲਾਂ ਦੇ ਤੁਹਾਨੂੰ ਅੱਜ ਜਵਾਬ ਦੇਵਾਂਗੇ। ਕਿਵੇਂ ਆਕਸੀਜਨ ਬਣਦੀ ਹੈ, ਕਿਵੇਂ ਮੈਨੂਫੈਕਚਰਿੰਗ ਹੁੰਦੀ ਹੈ, ਤੇ ਕਿਵੇਂ ਹਸਪਤਾਲਾਂ ਦੇ ਵਿੱਚ ਸਪਲਾਈ ਹੋ ਰਹੀ ਹੈ, ਜਾਂ ਇੱਕ ਪਲਾਂਟ ਕਿੰਨੀ ਮੈਨੂਫੈਕਚਰਿੰਗ ਕਰ ਸਕਦਾ ਹੈ। ਇਹ ਆਕਸੀਜਨ ਦਾ ਮੈਨੂਫੈਕਚਰਿੰਗ ਪਲਾਂਟ ਹੈ ਜਿੱਥੇ ਫਰੈਸ਼ ਆਕਸੀਜਨ ਜਿਹੜੀ ਹੈ ਉਹ ਬਣ ਰਹੀ ਹੈ। ਇਹ ਵੱਡੀਆਂ ਵੱਡੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਜਿੱਥੋਂ ਆਕਸੀਜਨ ਬਣਦੀ ਹੈ। ਤਾਂ ਇਹ ਅੱਜ ਤੁਹਾਨੂੰ ਸਾਰਾ ਪ੍ਰੋਸੈਸ ਦੱਸਾਂਗੇ ਕਿ ਕਿਵੇਂ ਜਿਹੜੀ ਹੈ ਆਕਸੀਜਨ ਬਣ ਕੇ ਜਿਹੜੀ ਗੈਸ ਸਿਲੰਡਰਾਂ ਦੇ ਵਿੱਚ ਭਰੀ ਜਾਂਦੀ ਹੈ, ਜਿਸ ਤੋਂ ਬਾਅਦ ਇਹ ਹਸਪਤਾਲਾਂ ਦੇ ਵਿੱਚ ਜਾਂਦੀ ਹੈ। ਤਾਂ ਮੇਰੇ ਨਾਲ ਫੋਰਮੈਨ ਮੌਜੂਦ ਹੈਗੇ ਨੇ ਇਸ ਪਲਾਂਟ ਦੇ, ਜਿਹਨਾਂ ਦੀ ਦੇਖ ਰੇਖ ਦੇ ਵਿੱਚ ਇਹ ਸਾਰਾ ਕੰਮ ਹੁੰਦਾ ਹੈ। ਬਾਈ ਜੀ, ਪੂਰਾ ਪਹਿਲਾਂ ਪ੍ਰੋਸੈਸ ਦੱਸੋ ਕਿ ਕਿਵੇਂ ਆਕਸੀਜਨ ਬਣਦੀ ਹੈ, ਕਿਵੇਂ ਸਪਲਾਈ ਹੁੰਦੀ ਹੈ, ਕਿੰਨੀ ਡਿਮਾਂਡ ਤੁਹਾਨੂੰ ਆਉਂਦੀ ਹੈ। ऐसा है जी, एक कंप्रेसर है, हवा को हम जो है एटमॉस्फेयर से सक करते हैं। एटमॉस्फेयर से सक करने के बाद में इसमें हर स्टेज के अंदर हवा को ठंडा करते हैं। ये कंप्रेसर 4 स्टेज का है, फर्स्ट, सेकंड, थर्ड, फोर्थ, सब में हवा को ठंडा करने के बाद में फिर फोर्थ कूलर में को फिर ठंडा करते हैं। हवा को ठंडा करने के बाद फिर गैसकेट कूलर से ठंडा करते हैं। फिर उसके बाद कॉयल कूलर पे ठंडा करते हैं। चिलिंग यूनिट लगा रखा हमने केवल हवा को ठंडा करने के लिए। वो पानी का टेम्परेचर मेंटेन करता है, वो 10 डिग्री से -10 डिग्री से +6 डिग्री तक हवा को ठंडा करता है। उसके बाद में हर स्टेज में मॉइस्चर सेपरेटर लगे होते हैं। तेल पानी जो होता है हवा के अंदर, उसको ड्रेन करने के लिए फ्रेश हवा जानी चाहिए कॉलम के अंदर। ਬਿਲਕੁਲ ਨਾਲ ਚੱਲਦੇ ਚੱਲਦੇ ਤੁਸੀਂ ਇੱਕ ਵਾਰੀ ਜ਼ਰੂਰ ਦੱਸੋ ਜਿਹੜੀਆਂ ਮਸ਼ੀਨਾਂ ਇਹ ਲੱਗੀਆਂ ਹੋਈਆਂ ਨੇ। हर स्टेज का इसमें गेज लगी हुई है जिससे सारे प्रेशर मेंटेन रखने पड़ते हैं। कोई भी स्टेज का प्रेशर जो है इंक्रीज नहीं होना चाहिए। इससे पूरी मशीनरी ओके रहती है जो जितने भी स्टेज है। फिर आगे जो है हमारे पास में एल्यूमिनियम वगैरह होता है, इसमें केमिकल होते हैं जो हवा का मॉइस्चर, तेल पानी सोखते हैं। आगे बैटरी है, बैटरी को हम 8 घंटे में तैयार करना होता है। एक बैटरी चलती है, प्रोसेस में चलती है, तो दूसरी बैटरी को हमारे को हीटिंग कूलिंग करके तैयार करनी पड़ती है ताकि हवा हमें फ्रेश मिले। उसके बाद में सेपरेशन यूनिट है, ये इसको कोल्ड बॉक्स भी बोलते हैं। इसके अंदर हवा को ठंडा करा जाता है, चिल्ड करा जाता है, और इसके अंदर वाल दिए होते हैं। तो
और इंजन एक्सपेंशन इंजन दिया हुआ था साथ में हमारे इसके, तो दोनों चिल्ड करते हैं हवा को चिल्ड करने के बाद में टॉप कॉलम में डालते हैं। टॉप कॉलम से फिर मतलब नाइट्रोजन और ऑक्सीजन अलग अलग सेपरेट कर देते हैं। ऑक्सीजन भारी है, ऑक्सीजन भारी है इसलिए नीचे आ जाती है, नाइट्रोजन हल्की है वो ऊपर चली जाती है। नाइट्रोजन को हम बाईपास करके रिटर्न लेके एयर को ठंडा करते हुए वापस निकल जाती है। एक टाइम ਤੇ ਕਿੰਨੀ ਆਕਸੀਜਨ ਮੈਨੂਫੈਕਚਰਿੰਗ ਹੁੰਦੀ ਹੈ ਇੱਕ ਟਾइम ਦੇ ਉੱਪਰ? ये कंटिन्यू प्रोसेस है, इसमें जो है स्टोर नहीं होता कोई भी चीज़। हाँ, प्लांट में जरूर कूलिंग जो है स्टोर हो जाती है कि भाई जैसे लाइट चली गया, इसको लाइट मतलब जानी नहीं चाहिए इसके अंदर, प्लांट के अंदर लाइट जाने में बहुत बड़ा नुकसान होता है प्लांट का। 24 घंटे इदां ही ये मशीनां काम करदियां ने, इदां ही ऑक्सीजन बनती रहती है? हाँ, ये कंटिन्यू प्रोसेस चलता रहता है, एयर का कंटिन्यू प्रोसेस चलता रहता है, सेपरेशन यूनिट का अलग चलता रहता है, इंजन का अलग चलता रहता है। इंजन ठंडा करके देता है, R1 वाल्व ठंडा करके देता है। इससे क्या फिर जो हमारे जो टेम्परेचर है वो अलग अलग स्टेज के अलग अलग टेम्परेचर दिखाते हैं। तो मैं आपको बता दूं ये टेम्परेचर है, ये 3 नंबर टेम्परेचर जो है हमारे को R1 ये वाल्व दे रहा है हमारे को -160 दे रहा है, ठीक है ना जी। और वो इंजन जो है वो 40 kg प्रेशर को 5 kg में कन्वर्ट करता है, एक वाल्व से दूसरे वाल्व से कन्वर्ट करता है। वो एक वाल्व से लिए दूसरे दिया, वो 60 हाई प्रेशर को लो प्रेशर में कन्वर्ट करता है। वो भी ठंडा कर रहा है, ये भी ठंडा कर रहा है। फिर इनके द्वारा इन वालों से हम जो है टॉप कॉलम में डालते हैं। टॉप कॉलम में डालने के बाद हमारी वहाँ पे ऑक्सीजन तैयार होती है। तो ये सामने जो नक्शा दिया हुआ है, हाँ, और नीला नीला दिखाई दे रहा है वो ऑक्सीजन है, वो सब कूलर के द्वारा पंप में आ जाती है। ये लिक्विड ऑक्सीजन पंप बोलते हैं इसको। हाँ, और पंप के इसमें इनलेट आउटलेट वाल होते हैं, इनको खोलने का लिक्विड तैयार हो जाता है, वाल खोल देते हैं, कंटिन्यू प्रोसेस चालू रहता है। और फिलिंग यूनिट पे फिर सिलेंडर भरने चालू हो जाते हैं। ये अलग अलग गेजें हैं, इनके सबके अपने अपने प्रेशर हैं, सबके प्रेशर पूरे मेंटेन होते हैं, तभी मतलब पूरा प्लांट प्रोसेस चलता है। और इसकी जो कैपेसिटी है वो 1200 सिलेंडर की कैपेसिटी है, 300 क्यूबिक मीटर का प्लांट है ये। और इसको मतलब 24 आवर्स का प्लांट है ये, कोई इसकी ब्रेकडाउन नहीं होनी चाहिए। अच्छा, इन्नी किल्लत आई क्यों देश के विच? ऑक्सीजन इन्नी ज़्यादा किल्लत क्यों आ गई? किल्लत इसलिए आई कि पहले जो है केवल जो 1200 सिलेंडर की प्रोडक्शन है हमारी, और इस समय जो डिमांड है वो 2000 सिलेंडर की है। सभी हॉस्पिटलों में डिमांड बढ़ा दी गई है, पेशेंट ज़्यादा आने लगे, डिमांड बढ़ गई है। तो जिससे हॉस्पिटल में जो है 50 सिलेंडर लगते थे, आज वहाँ 200 सिलेंडर लग रहे हैं, तो उनकी सप्लाई कैसे पूरी होंगी? अच्छा, ਆਪਾਂ ਚੱਲਦੇ ਨਾਲ ਚੱਲਦੇ ਹਾਂ ਬਾਹਰ। ਜਿਸ ਤਰੀਕੇ ਦੇ ਨਾਲ ਸਿਲੰਡਰ ਭਰੇ ਜਾ ਰਹੇ ਨੇ ਆਕਸੀਜਨ ਦੇ, ਇਹਨਾਂ ਪਾਈਪਾਂ ਦੇ ਵਿੱਚੋਂ ਨਿਕਲ ਕੇ ਜਿਹੜੀ ਗੈਸ ਹੈ ਉਹ ਸਿਲੰਡਰਾਂ ਦੇ ਵਿੱਚ ਭਰੀ ਜਾਂਦੀ ਹੈ। ਤਾਂ ਤੁਹਾਨੂੰ ਬਾਹਰ ਜਾ ਕੇ ਦਿਖਾਉਂਦੇ ਆ ਤਸਵੀਰਾਂ, ਕਿਸ ਤਰੀਕੇ ਦੇ ਨਾਲ ਸਿਲੰਡਰਾਂ ਦੇ ਵਿੱਚ ਜਿਹੜੀ ਗੈਸ ਭਰੀ ਜਾ ਰਹੀ ਆ, ਉਹ ਵੀ ਤੁਹਾਨੂੰ ਪ੍ਰੋਸੈਸ ਦੱਸਦੇ ਆ। ਉਸ ਤੋਂ ਇਲਾਵਾ ਇਹ ਗੱਲ ਕਰਾਂਗੇ ਕਿ 1200 ਸਿਲੰਡਰ ਦੀ ਜਿੱਦਾਂ ਕਪੈਸਿਟੀ ਆ, ਉਸ ਤੋਂ ਇਲਾਵਾ ਜੇ ਵੱਧ ਭਰਨੀ ਹੋਵੇ ਤਾਂ ਕਿੱਦਾਂ ਭਰੀ ਜਾ ਸਕਦੀ ਹੈ, ਤਾਂ ਇਹ ਪ੍ਰੋਸੈਸ ਹੈ। ਅੱਛਾ, ਇੱਥੇ ਆ ਕੇ ਜਿਹੜੀ ਹੈ ਉਹ ਇਹਨਾਂ ਸਿਲੰਡਰਾਂ ਦੇ ਵਿੱਚ ਗੈਸ ਭਰੀ ਜਾ ਰਹੀ ਹੈ। हाँ, तो ये जो है 36, एक तरफ 36 सिलेंडर चल रहे हैं। जब ये 36 सिलेंडर भर जाते हैं तो ये बंद हो जाते हैं, दूसरी तरफ चालू हो जाता है। तो हमारा मतलब ये प्रोसेस है ये कि भाई हमारे को जो और कम से कम रेट पर जो जितने भी हॉस्पिटल को कम से कम रेट पर जो है मतलब कोरोना पेशेंटों की हम जो है अपनी तरफ से पूरी मदद कर रहे हैं, जितनी भी पूरी मदद हो सकती है। 24 आवर्स हम लगे रहते हैं, सब डे नाइट जो है हम पूरी सर्विस कर रहे हैं कि ताकि कोई भी किसी भी बंदे को, किसी भी आदमी को परेशानी ना हो, हर तरह से उनकी मदद की जाए। ਤਾਂ ਇਹ ਸਿਲੰਡਰ ਜਿਹੜੇ ਲੱਗੇ ਹੋਏ ਨੇ ਇਹਨਾਂ ਦੇ ਵਿੱਚ ਜਿਹੜੀ ਆ ਆਕਸੀਜਨ ਭਰੀ ਜਾ ਰਹੀ ਹੈ। ਤਾਂ ਇਸ ਤਰੀਕੇ ਦੇ ਨਾਲ ਪੂਰਾ ਦਿਨ ਇੱਥੋਂ ਸਪਲਾਈ ਚੱਲਦੀ ਹੈ ਸਿਲੰਡਰਾਂ ਦੀ, ਕਿਸ ਤਰੀਕੇ ਦੇ ਨਾਲ ਜਿਹੜੇ ਉਹ ਭਰੇ ਜਾਣੇ ਨੇ, ਇਹ ਪ੍ਰੋਸੈਸ ਚੱਲਦਾ ਪਿਆ ਜਿਹੜਾ ਸਿਲੰਡਰਾਂ ਦਾ, ਕਿਵੇਂ ਸਿਲੰਡਰ ਜਿਹੜੇ ਨੇ ਉਹ ਭਰੇ ਜਾ ਰਹੇ ਨੇ। ਇਸ ਤੋਂ ਇਲਾਵਾ ਜੇਕਰ ਸਪਲਾਈ 1200 ਵੱਧ ਹੋਣੀ ਚਾਹੀਦੀ ਹੈ ਤਾਂ ਉਹ ਕਿਵੇਂ ਹੋਏਗੀ, ਉਹਦੇ ਬਾਰੇ ਵੀ ਗੱਲਬਾਤ ਕਰਦੇ ਆ। ਉਹਨਾਂ ਦੇ ਬਾਰੇ ਜਾਣਦੇ ਆ ਕਿਸ ਤਰੀਕੇ ਦੇ ਨਾਲ ਹੋ ਸਕਦੀ ਹੈ। ਬਾਈ ਜੀ, ਜਿੱਦਾਂ 1200 ਸਿਲੰਡਰਾਂ ਦਾ ਇਹ ਕਪੈਸਿਟੀ ਪਲਾਂਟ ਦੱਸਿਆ ਜਾ ਰਿਹਾ, ਜੇਕਰ ਜਿੱਦਾਂ ਡਿਮਾਂਡ ਵੱਧ ਰਹੀ ਆ, ਕਰੋਨਾ ਦੇ ਮਰੀਜ਼ ਲਗਾਤਾਰ ਵੱਧ ਰਹੇ ਨੇ, ਜੇਕਰ 1200 ਤੋਂ ਵੱਧ ਲੈ ਕੇ ਜਾਣੀ ਹੈ ਇਹਦੀ ਡਿਮਾਂਡ, ਤਾਂ ਉਹ ਕਿਵੇਂ ਹੋ ਸਕਦੀ ਪੂਰੀ? ਅੱਜ ਤੋਂ ਇੱਕ ਹਫ਼ਤਾ ਪਹਿਲਾਂ ਮੇਰੇ
ਦੋ ਪਲਾਂਟ ਨੇ, ਇੱਕ ਗਦਾਈਪੁਰ ਹੈ, ਇੱਕ ਇੱਧਰ ਤੁਸੀਂ ਦੇਖ ਹੀ ਲਿਆ ਮਸ਼ੀਨ ਬੇਸ ਪਲਾਂਟ, ਇੱਕ ਮੇਰਾ ਲਿਕਵਿਡ ਬੇਸ ਪਲਾਂਟ ਹੈ। ਅਗਰ ਇਹ ਤਿੰਨੋਂ ਪਲਾਂਟ ਮੈਂ ਚਲਾ ਦਿੰਦਾ ਤਾਂ ਮੇਰੇ ਖਿਆਲ ਨਾਲ ਜਲੰਧਰ 'ਚ ਕੋਈ ਦਿੱਕਤ ਨਹੀਂ ਆਏਗੀ, ਬਸ਼ਰਤੇ ਸਰਕਾਰ ਮੈਨੂੰ ਲਿਕਵਿਡ ਦਵਾ ਦੇਵੇ। ਅਗਰ ਮੇਰੇ ਕੋਲ ਲਿਕਵਿਡ ਆ ਜਾਂਦਾ ਵਾ ਤਾਂ ਮੈਂ ਡੇਲੀ ਦਾ 3500 ਸਿਲੰਡਰ ਖੁਦ ਹੀ ਬਣਾ ਦਾਂਗਾ ਡੇਲੀ ਦਾ, ਤੇ ਡਿਮਾਂਡ 5000 ਸਿਲੰਡਰਾਂ ਦੀ ਹੈ ਤੇ 1100 ਸਿਲੰਡਰ ਦੂਜਾ ਪਲਾਂਟ ਵਾਲਾ ਬਣਾ ਹੀ ਰਿਹਾ ਵਾ। ਇਸ ਕਰਕੇ ਸਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ। ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿੰਨਾ ਵੱਧ ਤੋਂ ਵੱਧ ਆਪਾਂ ਸਾਥ ਦੇ ਸਕੀਏ, ਪਰ ਪ੍ਰਸ਼ਾਸਨ ਨੂੰ ਇਹ ਰਿਕੁਐਸਟ ਹੈਗੀ ਹੈ ਅਗਰ ਉਹ ਸਾਨੂੰ ਲਿਕਵਿਡ ਦਵਾ ਦੇਵੇ ਤਾਂ। ਅੱਛਾ, ਲਿਕਵਿਡ ਕਿਉਂ ਨਹੀਂ ਆ ਰਿਹਾ? ਲਿਕਵਿਡ ਦੀ ਕਿਉਂ ਕਿੱਲਤ ਆ ਰਹੀ ਹੈ? ਲਿਕਵਿਡ ਦੀ ਕਿੱਲਤ ਇਸ ਲਈ ਆ ਰਹੀ ਹੈ ਕਿ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਅੱਜ ਤੱਕ ਕੋਈ ਵੱਡੀ ਲਿਕਵਿਡ ਇੰਡਸਟਰੀ ਲੱਗੀ ਨਹੀਂ ਹੈ, ਕਿਉਂਕਿ ਅਦਰ ਜਿਹੜੇ ਸਟੇਟ ਹੈਗੇ ਆ ਉਹ ਜਿਹੜੀ ਵੀ ਇੰਡਸਟਰੀ ਲੱਗਦੀ ਆ ਉਹਨਾਂ ਨੂੰ ਸਬਸਿਡੀ ਮਿਲਦੀ ਹੈ, ਹੋਰ ਕਈ ਚੀਜ਼ਾਂ ਫੈਸਿਲਿਟੀਆਂ ਮਿਲਦੀਆਂ, ਜਿਹਦੇ ਕਰਕੇ ਵਪਾਰੀ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਬੈਨੀਫਿਟ ਲਵਾਂ। ਬਟ ਜਿਹੜੀ ਅਦਰ ਸਟੇਟ ਹੈ, ਹਿਮਾਚਲ ਹੋ ਗਈ, ਉੱਤਰਾਖੰਡ ਹੋ ਗਈ, ਹਰਿਆਣਾ ਸਰਕਾਰ ਹੋ ਗਈ, ਉਹ ਕੋਈ ਨਾ ਕੋਈ ਨਵੀਆਂ ਸਕੀਮਾਂ ਕੱਢਦੀਆਂ ਰਹਿੰਦੀਆਂ ਵਪਾਰ ਨੂੰ ਵਧਾਉਣ ਵਾਸਤੇ। ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਵੱਡੇ ਉਦਯੋਗ ਲਿਆਏ ਜਾਣ, ਕਿਉਂਕਿ ਇਹ ਚੀਜ਼ਾਂ ਦੀ ਜ਼ਰੂਰਤ ਹੈ। ਅੱਜ ਜਿਹੜੇ ਅਦਰ ਸਟੇਟ ਦੇ ਜਿਹੜੇ ਯੂਨਿਟ ਲੱਗੇ ਹੋਏ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਪਹਿਲੇ ਅਸੀਂ ਆਪਣਾ ਘਰ ਪੂਰਾ ਕਰਾਂਗੇ, ਜਦ ਕਿ ਉਹ ਪਹਿਲੇ ਸਪਲਾਈ ਪੰਜਾਬ ਨੂੰ ਦਿੰਦੇ ਸੀ, ਉਹਨਾਂ ਦਾ ਘਰ ਨਹੀਂ ਚੱਲਦਾ ਸੀਗਾ, ਮਾਲ ਨਹੀਂ ਵਿਕਦਾ ਸੀ। ਅੱਜ ਉਹਨਾਂ ਦਾ ਮਾਲ ਆਪਣੇ ਏਰੀਆ 'ਚ ਵਿਕ ਗਿਆ ਕਿਉਂਕਿ ਡਿਮਾਂਡ ਹੀ 5 ਗੁਣਾ ਹੋ ਗਈ। ਇਸ ਕਰਕੇ ਅਸੀਂ ਲੋਕ ਉਹਨਾਂ ਦੇ ਮੁਹਤਾਜ ਆ। ਅੱਛਾ, ਪ੍ਰਸ਼ਾਸਨ ਦੇ ਵੱਲੋਂ ਕਿੱਦਾਂ ਦੀ ਤੁਹਾਡੀ ਹੈਲਪ ਕੀਤੀ ਜਾ ਰਹੀ ਹੈ ਜਾਂ ਕਿੱਦਾਂ ਦੇ ਨਿਰਦੇਸ਼ ਦਿੱਤੇ ਜਾ ਰਹੇ ਨੇ? ਇਹ ਵੀ ਪ੍ਰਸ਼ਾਸਨ ਨੇ ਕਹਿਤਾ ਕਿ ਸਿਰਫ ਹਸਪੀਟਲਾਂ ਨੂੰ ਜਿਹੜੀ ਹੈ ਆਕਸੀਜਨ ਸਪਲਾਈ ਹੋਵੇ, ਇੰਡਸਟਰੀ ਦੇ ਵਿੱਚ ਬੰਦ ਕਰ ਦਿੱਤੀ ਜਾਵੇ। ਇਹ ਵੀ ਸਿਸਟਮ ਚੱਲਦਾ ਪਿਆ ਇੱਦਾਂ ਹੀ ਹੁਣ? ਸਰ ਬਿਲਕੁਲ ਜੀ, ਪ੍ਰਸ਼ਾਸਨ ਵੱਲੋਂ ਇਹ ਹਦਾਇਤ ਹੈ ਕਿ ਤੁਸੀਂ ਟੋਟਲੀ ਹਸਪੀਟਲਾਂ ਨੂੰ ਮਾਲ ਦਿਓ ਔਰ ਇੰਡਸਟਰੀ ਨੂੰ ਹਾਲੀ ਥੋੜੇ ਟਾਈਮ ਲਈ ਬੰਦ ਕਰ ਦਿੱਤਾ ਗਿਆ ਵਾ, ਕਿਉਂਕਿ ਜਾਨ ਬਚਾਉਣਾ ਸਭ ਤੋਂ ਜ਼ਰੂਰੀ ਕੰਮ ਹੈ। ਮੇਰੇ ਖਿਆਲ ਨਾਲ ਅਗਰ ਇਨਸਾਨੀਅਤ ਨਾਤੇ ਆਪਾਂ ਸੋਚੀਏ ਤਾਂ ਕਿਸੇ ਨੂੰ ਇਸ ਚੀਜ਼ ਦਾ ਇਤਰਾਜ਼ ਵੀ ਨਹੀਂ ਹੋਏਗਾ, ਲੇਕਿਨ ਜੋ ਵੀ ਐਫਰਟ ਆਪਣੇ ਸਰਕਾਰ ਆਪਣਾ ਜੋ ਵੀ ਆਪਣਾ ਸਿਸਟਮ ਹੈਗਾ ਉਹ ਸਾਡੇ ਨਾਲ ਪੂਰਾ ਸਪੋਰਟ ਕਰ ਰਿਹਾ, ਪਰ ਦਿੱਕਤ ਆ ਰਹੀ ਹੈ ਸਿਰਫ ਲਿਕਵਿਡ ਦੀ। ਅਗਰ ਲਿਕਵਿਡ ਆ ਜੇ ਤਾਂ ਸਾਰੀ ਪ੍ਰੋਬਲਮ ਦਾ ਹੱਲ ਹੈਗਾ, ਅਗਰ ਨਹੀਂ ਆਏਗਾ ਤਾਂ ਸਰ 1200 ਸਿਲੰਡਰ ਦੀ ਮਸ਼ੀਨ ਹੈ, 1000 ਦੀ ਦੂਜੇ ਪਲਾਂਟ ਤੇ ਲੱਗੀ ਹੈ ਸਰ, 2200 ਸਿਲੰਡਰਾਂ ਦੇ ਨਾਲ ਕੁਝ ਨਹੀਂ ਹੋਣਾ। ਸਿਲੰਡਰ ਦੀ ਡਿਮਾਂਡ 6000 ਪਰ ਡੇ ਤੋਂ ਵੀ ਪਲੱਸ ਹੋ ਗਈ ਹੋਈ ਹੈ। ਅੱਛਾ, ਕਰੋਨਾ ਦੇ ਮਰੀਜ਼ ਵਧਣ ਦੇ ਨਾਲ ਡਿਮਾਂਡ ਵੀ ਜਿੱਦਾਂ ਵੱਧ ਗਈ ਆ। ਅੱਛਾ, ਜੇਕਰ ਗੱਲ ਕਰੀਏ ਇੱਕ ਸਿਲੰਡਰ ਜਿਹੜਾ ਉਹ ਕਿੰਨਾ ਕੁ ਟਾਈਮ ਕੱਢ ਜਾਂਦਾ ਇੱਕ? ਸਰ ਇੱਕ ਸਿਲੰਡਰ ਐਵਰੇਜ ਅਗਰ ਇੱਕ ਕ੍ਰਿਟੀਕਲ ਪੇਸ਼ੈਂਟ ਨੂੰ ਲਾਇਆ ਜਾਏ ਮੈਕਸਿਮਮ ਤੋਂ ਮੈਕਸਿਮਮ 1 ਘੰਟਾ ਮੈਕਸਿਮਮ ਬਸ। ਜਦ ਕਿ ਜਿਹੜਾ ਕਰੋਨਾ ਦਾ ਪੇਸ਼ੈਂਟ ਹੈਗਾ ਉਹਦੀ ਜੋ ਸਟੇਜ ਚੱਲ ਰਹੀ ਆ, ਅਗਰ ਆਪਾਂ ਕਿਸੇ ਹਸਪੀਟਲ 'ਚ ਸਪਲਾਈ ਦਿੰਦੇ ਆ ਤਾਂ ਵਿਦਿਨ 1 ਆਵਰ ਮਤਲਬ 1 ਘੰਟੇ ਦੇ ਵਿੱਚ ਲਗਾ ਲਓ ਐਵਰੇਜ 25 ਸਿਲੰਡਰ ਉਹ ਖਾਲੀ ਕਰ ਦਿੰਦਾ ਜੀ। ਸੋ ਸਾਡੇ ਸਿਵਲ ਹਸਪਤਾਲ 'ਚ 350 400 ਸਿਲੰਡਰ ਮੇਰਾ ਡੇਲੀ ਦਾ ਜਾਂਦਾ, ਜਦ ਕਿ ਉਹਨਾਂ ਦੀ ਮਸ਼ੀਨ ਵੀ ਚੱਲ ਰਹੀ ਹੈ, ਐਵਰੇਜ 650 ਸਿਲੰਡਰ ਹੋ ਜਾਂਦਾ ਉਹ। ਜੇਕਰ ਹੋਰ ਜ਼ਿਆਦਾ ਕਿੱਲਤ ਹੁੰਦੀ ਹੈ ਆਕਸੀਜਨ ਦੀ ਜਾਂ ਕਰੋਨਾ ਦੇ ਲਗਾਤਾਰ ਪੇਸ਼ੈਂਟ ਹੋਰ ਵੱਧਦੇ ਨੇ ਤਾਂ ਫਿਰ ਇਹ ਡਿਮਾਂਡ ਕਿਵੇਂ ਪੂਰੀ ਹੋਊਗੀ? ਜਿੱਦਾਂ ਤੁਸੀਂ ਦੱਸ ਰਹੇ ਹੋ ਤੁਹਾਡਾ ਇੱਕ ਵੱਡਾ ਪਲਾਂਟ ਆ, 1200 ਸਭ ਤੋਂ ਵੱਧ ਇੱਥੋਂ ਜਿਹੜੀ ਉਹ ਸਪਲਾਈ ਹੋ ਰਹੀ ਹੈ, ਜਦ ਕਿ 6000 ਦੀ ਸਪਲਾਈ ਆ। ਤੇ ਇਹਦੇ ਲਈ ਪ੍ਰਸ਼ਾਸਨ ਨੇ ਅੱਗੋਂ ਵੀ ਕੋਈ ਸੋਚਿਆ ਹੋਏਗਾ ਜਾਂ ਤੁਹਾਡੇ ਨਾਲ ਕੋਈ ਰਾਬਤਾ ਕੀਤਾ ਹੋਏਗਾ ਕਿ ਜੇਕਰ ਉਹੋ ਜਿਹੀ ਨੌਬਤ ਆਉਂਦੀ ਆ ਤਾਂ ਫਿਰ ਇਹਦਾ ਅਲਟਰਨੇਟ ਕੀ ਹੋਏਗਾ? ਸਰ ਅਲਟਰਨੇਟ ਕੋਈ ਕੁਝ ਵੀ ਨਹੀਂ ਆ, ਮਤਲਬ ਆਪਣਾ ਮਸ਼ੀਨ ਤੇ ਡਿਪੈਂਡ ਆ ਆਪਾਂ। ਅੱਜ ਮੇਰੀ ਮਸ਼ੀਨ ਨੂੰ 1 ਸਾਲ ਹੋ ਗਿਆ, ਉਹਨੇ ਸਾਹ ਵੀ ਨਹੀਂ ਲਿਆ ਕਿਉਂਕਿ ਆਪਾਂ ਮੇਨਟੇਨ ਹੀ ਨਹੀਂ ਕੀਤਾ ਉਹਨੂੰ। ਮਤਲਬ ਕਹਿਣ ਦਾ ਮਤਲਬ ਮਸ਼ੀਨ ਨਾਲ ਵੀ ਧੱਕਾ ਹੀ ਹੋ ਰਿਹਾ, ਜਿੰਨੀ ਦੇਰ ਹੋ ਰਿਹਾ ਸਰ ਹੋ ਰਿਹਾ। ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਕਿ ਜਿੰਨਾ ਜ਼ੋਰ ਹੋ ਸਕੇਗਾ ਲਾਵਾਂਗੇ, ਪਰ ਪਰਮਾਤਮਾ ਨਾ ਕਰੇ ਅਗਰ ਮਸ਼ੀਨ ਨੂੰ ਕੁਝ ਹੋ ਜਾਂਦਾ ਤਾਂ ਸਰ ਆਪਣੇ ਕੋਲ ਕੋਈ ਅਲਟਰਨੇਟ ਨਹੀਂ ਹੈ, ਨਾ ਹੀ ਆਪਣੇ ਕੋਲ ਇੰਤਜ਼ਾਮ ਹੈ। ਇੰਤਜ਼ਾਮ ਉਹੀ ਹੈ ਲਿਕਵਿਡ, ਕਿਉਂਕਿ ਮੈਂ ਬਾਰ-ਬਾਰ ਰਿਕੁਐਸਟ ਕਰ ਰਿਹਾ ਕਿ ਅਗਰ ਲਿਕਵਿਡ ਆ ਜਾਂਦਾ ਤਾਂ ਕਾਫੀ ਹੱਦ ਤੱਕ ਆਪਾਂ ਇਹਦਾ ਸਾਹਮਣਾ ਕਰ ਲਾਂਗੇ। ਯਾਨੀ ਕਿ ਲਿਕਵਿਡ ਜਿਹੜਾ ਉਹ ਦੂਜੀਆਂ ਸਟੇਟਾਂ ਤੋਂ ਆਏਗਾ ਜੇਕਰ ਪੰਜਾਬ ਗਵਰਨਮੈਂਟ ਇਹਦੇ ਪਿੱਛੇ ਪਏਗੀ। ਅੱਛਾ, ਹਸਪੀਟਲਾਂ ਦੇ ਵੱਲੋਂ ਕਿੰਨੀ ਜ਼ਿਆਦਾ ਡਿਮਾਂਡ ਵਧੀ ਹੈ ਹੁਣ ਪਹਿਲਾਂ ਨਾਲੋਂ, ਜਿੱਦਾਂ ਆਮ ਦਿਨਾਂ ਦੇ ਵਿੱਚ ਤੁਹਾਡੇ ਕੋਲ ਲੈਂਦੇ ਸੀਗੇ ਉਹ? ਸਰ ਐਵਰੇਜ ਅਗਰ ਮੈਂ ਕਾਫੀ ਹਸਪੀਟਲ ਇੱਦਾਂ ਦੇ ਨੇ ਜਿਨ੍ਹਾਂ ਦੇ ਐਵਰੇਜ ਪਰ ਡੇ ਦੀ ਐਵਰੇਜ 10 ਸਿਲੰਡਰਾਂ ਦੀ ਸੀ, ਅੱਜ ਉਹ 250 ਹੋ ਗਈ ਹੈ। ਹਾਂ ਤੇ ਡਿਮਾਂਡ ਦਾ ਅੰਦਾਜ਼ਾ ਤੁਸੀਂ ਆਪ ਹੀ ਲਾ ਸਕਦੇ ਹੋ ਕਿ ਕਿਸ ਲੈਵਲ ਤੇ ਮਤਲਬ ਪਹੁੰਚ ਚੁੱਕੀ ਹੋਈ ਹੈ ਬਿਮਾਰੀ। ਕਿਉਂਕਿ ਹਰ ਹਸਪੀਟਲ ਦੇ ਵਿੱਚ ਅਗਰ ਟੋਟਲ ਜਲੰਧਰ ਦੀ ਆਪਾਂ 1 ਸਾਲ ਪਿੱਛੇ ਚਲੇ ਜਾਂਦੇ ਆ ਤਾਂ ਐਵਰੇਜ ਪਰ ਡੇ 900 ਤੋਂ 1000 ਸਿਲੰਡਰ ਮੈਂ ਆਪਣੇ ਪਲਾਂਟ ਤੋਂ ਸਪਲਾਈ ਕਰਦਾ ਸੀ। ਮੇਰਾ ਪਲਾਂਟ ਵੀ ਪੂਰਾ ਨਹੀਂ ਚੱਲਦਾ ਸੀ, ਜਿਹਦੇ ਵਿੱਚੋਂ 2-250 ਸਰਪਲਸ ਹੁੰਦਾ ਸੀਗਾ। ਅੱਜ ਦੀ ਡੇਟ ਦੇ ਵਿੱਚ ਚਾਹੇ 6000 ਸਿਲੰਡਰ ਬਣਾਉਣਾ ਸ਼ੁਰੂ ਕਰ ਦਿਓ ਤਾਂ 15 ਮਿੰਟ 'ਚ ਵਿਕ ਜਾਏਗਾ, ਕਿਉਂਕਿ ਬਾਜ਼ਾਰ 'ਚ ਬਹੁਤ ਡਿਮਾਂਡ ਹੈ ਔਰ ਹੈਗੀ ਸਿਰਫ ਕਰੋਨਾ ਕਰਕੇ ਟੈਂਪਰੇਰੀ ਡਿਮਾਂਡ। ਲੇਕਿਨ ਸਰ ਜ਼ਰੂਰਤ ਤਾਂ ਅੱਜ ਹੈ ਨਾ ਜੀ ਆਪਾਂ ਨੂੰ, ਅੱਜ ਆਪਣੀ ਲੋੜ ਪੂਰੀ ਨਹੀਂ ਹੋਏਗੀ, ਕੀ ਕਰ ਸਕਦੇ। ਤਾਂ ਇਹ ਜਿਸ ਤਰੀਕੇ ਦੇ ਨਾਲ ਇਹਨਾਂ ਦੱਸਿਆ ਕਿ ਕਿਵੇਂ ਪ੍ਰੋਸੈਸ ਇਹ ਹੁੰਦਾ ਹੈ, ਤਾਂ ਇੱਥੇ 1200 ਸਿਲੰਡਰਾਂ ਦੀ ਜਿਹੜੀ ਕਪੈਸਿਟੀ ਹੈਗੀ ਆ, ਉਹ ਇੱਥੇ 1200 ਸਿਲੰਡਰ ਜਿਹੜੇ ਨੇ ਉਹ ਆਕਸੀਜਨ 1200 ਸਿਲੰਡਰਾਂ ਦੇ ਵਿੱਚ ਭਰੀ ਜਾਂਦੀ ਹੈ। ਇਸ ਤੋਂ ਬਾਅਦ ਇਹਨਾਂ ਗੱਡੀਆਂ ਦੇ ਵਿੱਚ ਲੋਡ ਹੋ ਕੇ ਜਿਹੜੇ ਸਿਲੰਡਰ ਨੇ ਉਹ ਹਸਪੀਟਲਾਂ ਨੂੰ ਜਾਂਦੇ ਨੇ, ਤਾਂ ਉਹਨਾਂ ਹਸਪੀਟਲਾਂ ਦੇ ਵਿੱਚ ਜਾ ਕੇ ਜਿਹੜੀ ਆ ਇਹ ਕਿੱਲਤ ਜਿਹੜੀ ਦੂਰ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜਿਹੜੀ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਨੇ ਉਹ ਧਿਆਨ ਰੱਖੇ ਗਏ ਨੇ, ਸਰਕਾਰੀ ਅਫਸਰ ਜਿਹੜੇ ਨੇ ਉਹ ਇੱਥੇ ਤਾਇਨਾਤ ਕੀਤੇ ਗਏ ਨੇ
ਤੇ ਉੱਥੇ ਹੀ ਪੰਜਾਬ ਪੁਲਿਸ ਵੀ ਇੱਥੇ ਤਾਇਨਾਤ ਕੀਤੀ ਗਈ ਹੈ ਤਾਂ ਕਿ ਜਿਹੜੇ ਪ੍ਰਬੰਧ ਨੇ ਉਹ ਠੀਕ ਤਰੀਕੇ ਦੇ ਨਾਲ ਚੱਲਦੇ ਜਾਣ। ਬਈ ਜੀ ਤੁਸੀਂ ਸਰਕਾਰ ਦੇ ਵੱਲੋਂ ਲੱਗੇ ਹੋ, ਇਹ ਕਿਹੜੀਆਂ ਚੀਜ਼ਾਂ ਦਾ ਇੱਥੇ ਖਾਸ ਖਿਆਲ ਰੱਖਿਆ ਜਾਂਦਾ, ਕਿਹੜੀਆਂ ਚੀਜ਼ਾਂ ਨੂੰ ਧਿਆਨ ਰੱਖ ਰਹੇ ਹੋ ਇੱਥੇ? ਸਰ ਸਾਡੀ ਡੀਸੀ ਸਾਹਿਬ ਵੱਲੋਂ ਡਿਊਟੀ ਲਗਾਈ ਗਈ ਹੈ ਇਸ ਪਲਾਂਟ ਦੇ ਉੱਤੇ ਕਿ ਇੱਥੇ ਜਿੰਨੀ ਡਿਮਾਂਡ ਹਸਪੀਟਲ ਵੱਲੋਂ ਰਾਈਜ਼ ਕੀਤੀ ਜਾ ਰਹੀ ਆ ਆਪਾਂ ਉਹ ਫੁੱਲਫਿਲ ਕਰਾ ਸਕੀਏ। ਜਿੰਨੀ ਐਮਰਜੈਂਸੀ ਸਾਨੂੰ ਡੀਸੀ ਆਫਿਸ ਵੱਲੋਂ ਆਉਂਦੀ ਹੈ ਜਿੱਥੇ ਜਿੱਥੇ ਪ੍ਰੋਵਾਈਡ ਕਰਾਉਣਾ ਹੈ ਆਪਾਂ ਪਿਓਰਿਟੀ ਦੇ ਆਧਾਰ ਤੇ ਉਧਰ ਨੂੰ ਸਿਲੰਡਰ ਸਪਲਾਈ ਕਰਦੇ ਹਾਂ। ਆਪਾਂ ਉਸ ਚੀਜ਼ ਦੀ ਮੈਨੇਜਮੈਂਟ ਵਾਸਤੇ ਸਾਨੂੰ ਇੱਥੇ ਲਗਾਇਆ ਗਿਆ ਹੈ। ਤਾਂ ਠੀਕ ਤਰੀਕੇ ਦੇ ਨਾਲ ਹੋ ਰਹੀ ਇੱਥੇ ਮੈਨੇਜਮੈਂਟ ਬਹੁਤ ਵਧੀਆ, ਬਹੁਤ ਵਧੀਆ। ਜਿੱਦਾਂ ਡੀਸੀ ਸਾਹਿਬ ਦੇ ਹੁਕਮ ਅਨੁਸਾਰ ਇੱਥੇ ਬਹੁਤ ਵਧੀਆ ਪਲਾਂਟ ਡੀਲ ਕੀਤਾ ਜਾ ਰਿਹਾ ਹੈ ਤੇ ਜਿੰਨੀ ਰਿਕੁਆਇਰਮੈਂਟ ਹੁੰਦੀ ਆ ਆਪਾਂ ਬੈਸਟ ਕਰਕੇ ਤੇ ਜੋ ਵੀ ਇਹਦੀ ਰਿਪੋਰਟਿੰਗ ਆ ਡੀਸੀ ਸਾਹਿਬ ਤੱਕ ਜਾਂਦੀ ਹੈ। ਤਾਂ ਇਸ ਤਰੀਕੇ ਦੇ ਨਾਲ ਜਿਹੜੇ ਪ੍ਰਸ਼ਾਸਨ ਦੇ ਵੱਲੋਂ ਪ੍ਰਬੰਧ ਕੀਤੇ ਗਏ ਨੇ ਕਿ ਮੈਨੇਜਮੈਂਟ ਦਾ ਜਿਹੜਾ ਉਹ ਖਾਸ ਖਿਆਲ ਰੱਖਿਆ ਜਾ ਰਿਹਾ ਕਿਉਂਕਿ ਕ੍ਰਿਟੀਕਲ ਕੰਡੀਸ਼ਨ ਦੇ ਉੱਪਰ ਜਿਹੜੇ ਨੇ ਉਹ ਪੇਸ਼ੈਂਟ ਪਹੁੰਚ ਚੁੱਕੇ ਨੇ। ਇਸੇ ਨੂੰ ਲੈ ਕੇ ਪੰਜਾਬ ਪੁਲਿਸ ਵੀ ਇੱਥੇ ਤਾਇਨਾਤ ਕੀਤੀ ਗਈ ਹੈ ਪਲਾਂਟਾਂ ਦੇ ਵਿੱਚ ਕਿ ਇੰਡਸਟਰੀ ਨੂੰ ਹਸਪੀਟਲਾਂ ਤੋਂ ਇਲਾਵਾ ਜਿਹੜੇ ਸਿਲੰਡਰ ਉਹ ਕਿਸੇ ਹੋਰ ਜਗ੍ਹਾ ਤੇ ਸਪਲਾਈ ਨਾ ਹੋਣ। ਤਾਂ ਇਹ ਇੱਕ ਨਾਰਥ ਇੰਡੀਆ ਦਾ ਇੱਕ ਵੱਡਾ ਪਲਾਂਟ ਹੈ, ਇਹ ਜਲੰਧਰ ਦੇ ਵਿੱਚ ਸ਼ਕਤੀ ਆਕਸੀਜਨ ਪਲਾਂਟ ਹੈ ਜਿੱਥੇ 1200 ਸਿਲੰਡਰ ਡੇਲੀ ਬਣਦੇ ਨੇ। ਦੱਸਿਆ ਜਾ ਰਿਹਾ ਹੈ ਕਿ ਜਲੰਧਰ ਹਸਪੀਟਲ ਜਲੰਧਰ ਪੂਰੇ ਸ਼ਹਿਰ ਦੇ ਵਿੱਚ ਜਿਹੜੇ ਨੇ ਉਹ 6000 ਸਿਲੰਡਰਾਂ ਦੀ ਜਿਹੜੀ ਡਿਮਾਂਡ ਹੈਗੀ ਹੈ 1200 ਸਿਲੰਡਰ ਇੱਥੋਂ ਬਣਦੇ ਨੇ, ਕੁਝ ਸਿਲੰਡਰ ਦੂਜੇ ਪਲਾਂਟ ਤੋਂ ਬਣਦੇ ਨੇ। ਪਰ ਜੇਕਰ ਇਹਦੀ ਡਿਮਾਂਡ ਵਧਾਉਣੀ ਆ ਤਾਂ ਉਹਦੇ ਲਈ ਇੱਕ ਲਿਕੁਇਡ ਦੀ ਇਹਨਾਂ ਨੂੰ ਲੋੜ ਪਵੇਗੀ ਜਿਹੜਾ ਲਿਕੁਇਡ ਹਾਲੇ ਪੰਜਾਬ ਦੇ ਵਿੱਚ ਇਹਨਾਂ ਨੂੰ ਨਹੀਂ ਮਿਲਦਾ ਪਿਆ ਤੇ ਜੇਕਰ ਉਹ ਬੰਦਾ ਜਾਂ ਇਹਨਾਂ ਨੂੰ ਲਿਕੁਇਡ ਮਿਲਦਾ ਤਾਂ 3500 ਸਿਲੰਡਰ ਜਿਹੜੇ ਆ ਉਹ ਇੱਕੋ ਪਲਾਂਟ ਜਿਹੜਾ ਉਹ ਤਿਆਰ ਕਰ ਸਕਦਾ ਹੈ। ਤਾਂ ਇਸ ਤਰੀਕੇ ਦੇ ਨਾਲ ਜਿਹੜੀ ਆਕਸੀਜਨ ਇੱਥੇ ਬਣਦੀ ਪਈ ਹੈ ਇਸ ਤਰੀਕੇ ਦੇ ਨਾਲ ਸਪਲਾਈ ਹੋ ਰਹੀ ਹੈ ਤੇ ਲਗਾਤਾਰ ਜਲੰਧਰ ਦੇ ਹਸਪਤਾਲਾਂ ਦੇ ਵਿੱਚ ਇੱਥੋਂ ਆਕਸੀਜਨ ਕਰੋਨਾ ਮਰੀਜ਼ਾਂ ਦੀ ਸਪਲਾਈ ਕੀਤੀ ਜਾ ਰਹੀ ਹੈ। ਕੈਮਰਾਮੈਨ ਰਵਿੰਦਰ ਕੁਮਾਰ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ ਟੀਵੀ ਪੰਜਾਬ ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।